ਉਹਨੂੰ ਕਹਿੰਦੇ ਜ਼ਬਾਨ ਕੱਢ ਬਾਹਰ, ਜ਼ਬਾਨ ਕੱਢੀ ਬਾਹਰ ਤੇ डॉक्टर साहब ने ਉਹਦੀ ਜ਼ਬਾਨ ਨਾਲ ਜ਼ਬਾਨ ਲਾਈ। मियाँ चन्नू में पेश आने वाला इंतहाई नासाज वाक़या जिसमें खातून जो है चेकअप के लिए डॉक्टर के पास जाती है और डॉक्टर नाजेबा हरकतें करते हैं। ਡਾਕਟਰ ਸਾਹਿਬ ਨੇ ਮੇਰੀ ਬੇਗਮ ਦੀ ਜ਼ਬਾਨ ਨਾਲ ਜ਼ਬਾਨ ਲਾ ਕੇ ਚੈੱਕ ਕੀਤੀ ਆ ਤੇ ਡਾਕਟਰ ਸਾਹਿਬ ਮੈਨੂੰ ਦੱਸੋ ਕਿ ਕਿਹੜਾ ਟੈਸਟ ਆ ਕਿਹੜਾ ਜ਼ਬਾਨ ਨਾਲ ਜ਼ਬਾਨ ਨੂੰ ਲਾ ਕੇ ਚੈੱਕ ਕਰੀਦਾ। डॉक्टर अंदर अकेला होंदा या नाल कोई नर्स वगैरह भी होंदी? ਉਹ ਨਰਸ ਜਿਹੜੇ ਨਾ ਮੇਰੀ ਬੇਗਮ ਦਾ ਅਲਟਰਾਸਾਊਂਡ ਕਰਨ ਲੱਗੀ ਹੈ ਤੇ ਡਾਕਟਰ ਸਾਹਿਬ ਕਹਿੰਦੇ ਜੀ ਮੈਂ ਇਹਦਾ ਅਲਟਰਾਸਾਊਂਡ ਕਰਦਾ ਹਾਂ। ਉਹਨੂੰ ਪਰਦੇ ਤੇ ਸਾਈਡ ਤੇ ਕਰ ਦਿੱਤਾ। ਡਾਕਟਰ ਸਾਹਿਬ ਨੇ ਹਜ਼ਾਰਾਂ ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ, ਕਿਸੇ ਦੀ ਬੇਟੀ ਦੀ, ਕਿਸੇ ਦੀ ਭੈਣ ਦੀ। ਇਹ ਬਹੁਤ ਬੜਾ ਦਰਿੰਦਾ ਹੈ। अस्सलाम वालेकुम जी, डेली पॉइंट के साथ मैं हूं मोहम्मद दानिश शबीर। मियाँ चन्नू में पेश आने वाला इंतहाई नासाज वाक़या जिसमें खातून जो है चेकअप के लिए डॉक्टर के पास जाती है और डॉक्टर नाजेबा हरकतें करते हैं और फौरी तौर पर जो उनके खावंद है वो 15 पर कॉल कर पुलिस को बुलाकर उनको अरेस्ट करवा देते हैं और उनके ऊपर FIR करवा देते हैं। जो टोटल वाक़या किस तरह पेश आता है भाई हमारे साथ मौजूद है, आइए इनसे जानते हैं। अस्सलाम वालेकुम। वालेकुम सलाम। क्या हाल चाल है? अल्हम्दुलिल्लाह सर। क्या नाम है आपका? सर मोहम्मद इजाज़। जज भाई मुझे बताइएगा कि काम क्या करते हैं? ਸਰ ਸਾਡੀ ਕਰਿਆਨੇ ਦਾ ਬਿਜ਼ਨਸ ਹੈ ਸਰ, ਅਲਹਮਦੁਲਿਲਾ ਬਹੁਤ ਅੱਛਾ ਸਾਡਾ ਕਾਰੋਬਾਰ ਹੈ ਅਲਹਮਦੁਲਿਲਾ। ਤੇ ਅੱਛਾ ਇਹ ਦੱਸਿਓ ਮੈਨੂੰ ਕਿਸ ਤਰ੍ਹਾਂ ਸਾਰਾ ਵਾਕਿਆ ਪੇਸ਼ ਆਂਦਾ ਵਾ ਤੇ ਕਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਕੋਲ ਜਾਂਦੇ ਹੋ? ਸਰ ਅਸੀਂ ਇੱਕ ਹਫ਼ਤਾ ਪਹਿਲੇ ਚੈੱਕ ਕਰਵਾਉਣ ਗਏ ਸੀ ਸਰ ਡਾਕਟਰ ਸਾਹਿਬ ਨੂੰ ਤੇ ਸਰ ਉਹਨਾਂ ਸਾਨੂੰ ਇੱਕ ਹਫ਼ਤੇ ਦੀ ਮੈਡੀਸਨ ਲਿਖ ਕੇ ਦਿੱਤੀ ਸੀ ਕਿ ਅਗਲੇ ਹਫ਼ਤੇ ਦੁਬਾਰਾ ਆਉਣਾ। ਸਰ 21 ਤਰੀਕ ਨੂੰ ਸਾਡਾ ਹਫ਼ਤਾ ਮੁਕੰਮਲ ਹੁੰਦਾ ਸੀ ਮਗਰ ਮੈਂ ਬਿਜ਼ਨਸ ਦੇ ਮਾਮਲੇ 'ਚ ਸ਼ਹਿਰੋਂ ਬਾਹਰ ਗਿਆ ਸੀ। 22 ਤਰੀਕ ਨੂੰ ਸਰ ਮੈਂ ਇਹਨਾਂ ਕੋਲ ਨੰਬਰ ਲਿਆ, ਮੇਰਾ ਕਜ਼ਨ ਨੰਬਰ ਲੈ ਕੇ ਆਇਆ ਤੇ ਅਸੀਂ 22 ਤਰੀਕ ਨੂੰ ਇਹਨਾਂ ਕੋਲ ਚੈੱਕ ਕਰਵਾਉਣ ਵਾਸਤੇ ਗਏ ਹਾਂ ਤੇ ਅਸੀਂ ਉੱਥੇ ਪਹੁੰਚੇ ਹਾਂ ਤੇ ਇਹਨਾਂ ਦਾ ਬੇਗਮ ਦਾ BP ਵਗੈਰਾ ਉਹਨਾਂ ਨੇ ਚੈੱਕ ਕੀਤਾ। ਉਸ ਤੋਂ ਬਾਅਦ ਉਹਦਾ ਵੇਟ ਵਗੈਰਾ ਚੈੱਕ ਕੀਤਾ ਤੇ ਉਹਨਾਂ ਨੇ ਪਰਚੀ ਬਣਾਤੀ ਸੀ, ਫੀਸ ਵਗੈਰਾ ਦੇ ਦਿੱਤੀ ਉਹਨਾਂ ਨੂੰ ਡਾਕਟਰ ਸਾਹਿਬ ਨੂੰ। ਤੇ ਮੈਂ ਉੱਥੇ ਮਰਦਾਂ ਦੀ ਸਾਈਡ ਤੇ ਬੈਠ ਗਿਆ। ਓਪਨ ਹਾਲ ਹੈ ਬੜਾ ਵੱਡਾ ਜਿੱਥੇ ਵੇਟਿੰਗ ਰੂਮ ਜਿਹਨੂੰ ਕਿਹਾ ਜਾਂਦਾ ਕਿ ਮਰਦ ਇੱਕ ਸਾਈਡ ਤੇ ਬੈਠਦੇ, ਔਰਤਾਂ ਇੱਕ ਸਾਈਡ ਤੇ ਬੈਠਦੀਆਂ ਨੇ। ਮੈਂ ਮਰਦਾਂ ਦੀ ਸਾਈਡ ਤੇ ਬੈਠ ਗਿਆ, ਉਹ ਲੇਡੀਜ਼ ਕਾਫੀ ਬੈਠੀਆਂ ਸੀ, ਧੀਆਂ ਭੈਣਾਂ ਬੈਠੀਆਂ ਸੀ। ਮੈਂ ਇਸ ਕਰਕੇ ਜਿਹੜਾ ਨਾ ਮਰਦਾਂ ਦੀ ਸਾਈਡ ਤੇ ਬੈਠ ਗਿਆ। ਉਹ ਮੈਂ ਕਿਹਾ ਲੇਡੀਜ਼ ਨਾ ਬੈਠ ਜਾਣ। ਮੇਰੀ ਮਿਸਿਸ ਦੀ ਵਾਰੀ ਆਈ ਹੈ ਤੇ ਮੈਂ ਕਿਹਾ ਜੋ ਜਾ ਅੱਲਾ ਖੈਰ ਕਰੇ, ਅੱਲਾ ਬਿਹਤਰ ਕਰੇਗਾ। ਉਹ ਸਰ ਅੰਦਰ ਗਈ ਹੈ, ਥੋੜੀ ਕੁ ਦੇਰ ਬਾਅਦ ਸਰ ਉਹ ਰੋਂਦੀ ਵਾਪਸ ਆਈ ਹੈ ਤੇ ਜ਼ਾਰੋ ਕਥਾਰ ਹੋਈ ਹੈ। ਕਹਿੰਦੀ ਚਲੀਏ ਇੱਥੋਂ ਚਲੀਏ। ਮੈਂ ਕਿਹਾ ਕੀ ਗੱਲ ਹੋਈ ਹੈ, ਕਿਉਂ ਰੋਈ ਨਹੀਂ? ਕਹਿੰਦੀ ਬਸ ਚਲੀਏ। ਮੈਂ ਕਿਹਾ ਹੋਇਆ ਕੀ ਹੈ? ਕਹਿੰਦੀ ਵੀ ਡਾਕਟਰ ਸਾਹਿਬ ਨੇ ਮੇਰੇ ਨਾਲ ਆ ਕੀਤਾ। ਮੈਂ ਅੱਗ ਬਗੋਲਾ ਹੋ ਗਿਆ। ਮੈਂ ਸਟਾਫ ਨੂੰ ਪੁੱਛਿਆ, ਸਾਰਾ ਸਟਾਫ ਉੱਥੇ ਬੈਠਾ ਸੀ, ਉੱਥੇ ਲੋਕ ਮਰੀਜ਼ ਵੀ ਬੈਠੇ ਸੀ। ਮੈਂ ਕਿਹਾ ਜੀ ਦੱਸੋ ਜੀ ਇਹ ਮੈਡੀਕਲ ਦਾ ਕਿਹੜਾ ਟੈਸਟ ਹੈ ਕਿਹੜਾ ਜ਼ਬਾਨ ਨਾਲ ਜ਼ਬਾਨ ਲਗਾ ਕੇ ਕੀਤਾ ਜਾਂਦਾ? ਉਹਨੇ ਕਿਹਾ ਜੀ ਕੋਈ ਟੈਸਟ ਨਹੀਂ ਹੈਗਾ। ਡਾਕਟਰ ਸਾਹਿਬ ਕਮਰੇ 'ਚੋਂ ਰੂਮ 'ਚੋਂ ਬਾਹਰ ਆ ਗਏ। ਮੈਂ ਡਾਕਟਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਦੱਸੋ ਕਿ ਮੈਡੀਕਲ ਦੇ ਵਿੱਚ ਕਿਹੜਾ ਟੈਸਟ ਹੈਗਾ ਜਿਹੜਾ ਤੁਸੀਂ ਮੇਰੀ ਮਿਸਿਸ ਦੀ ਜ਼ਬਾਨ ਨਾਲ ਜ਼ਬਾਨ ਲਾਈ ਹੈ? ਅੱਛਾ ਤੁਸੀਂ ਬਾਹਰ ਆਓ, ਅੰਦਰ ਉੱਥੇ ਰੂਮ 'ਚ ਆਓ, ਆਪਾਂ ਰੂਮ 'ਚ ਬਹਿ ਕੇ ਗੱਲ ਕਰਦੇ ਹਾਂ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਮੈਨੂੰ ਇੱਥੇ ਗੱਲ ਦੱਸੋ, ਹਾਲ 'ਚ ਗੱਲ ਦੱਸੋ, ਮੈਂ ਤੁਹਾਡੇ ਰੂਮ 'ਚ ਨਹੀਂ ਜਾਣਾ। ਮੈਂ ਸਰ ਉਸ ਤੋਂ ਬਾਅਦ ਜਿਹੜਾ ਨਾ 15 ਤੇ ਕਾਲ ਕਰ ਦਿੱਤੀ। ਕਿੰਨੀ ਦੇਰ ਬਾਅਦ ਪੁਲਿਸ ਆਂਦੀ? ਸਰ ਓਨਲੀ ਮੇਰਾ ਖਿਆਲ ਹੈ ਕਿ 10 ਮਿੰਟ ਲੱਗੇ ਪੁਲਿਸ ਆ ਕੇ। ਮੈਂ ਉੱਥੇ ਫਿਰ ਛੋਟੀ ਜਿਹੀ ਵੀਡੀਓ ਬਣਾਈ, ਇਹਨਾਂ ਦਾ ਪੂਰਾ ਸਟਾਫ ਇਕੱਠਾ ਹੋ ਗਿਆ ਕਿ ਡਾਕਟਰ ਸਾਹਿਬ ਜਿਹੜੇ ਨਾ ਅੱਗੇ ਵੀ ਬਹੁਤ ਸਾਰੀਆਂ ਡਾਕਟਰ ਸਾਹਿਬ ਦੇ ਖਿਲਾਫ ਇਹ ਮਾਮਲਾਤ ਹੋਏ ਨੇ। ਡਾਕਟਰ ਸਾਹਿਬ ਨੇ ਹਜ਼ਾਰਾਂ ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ, ਕਿਸੇ ਦੀ ਬੇਟੀ ਦੀ, ਕਿਸੇ ਦੀ ਭੈਣ ਦੀ, ਕਿਸੇ ਦੀ ਮਾਂ ਦੀ, ਬਹੁਤ ਜ਼ਿੰਦਗੀ ਖਰਾਬ ਕੀਤੀ ਹੈ। ਇਹ ਬਹੁਤ ਬੜਾ ਦਰਿੰਦਾ ਹੈ। ਅੱਛਾ ਮੈਨੂੰ ਦੱਸਿਓ ਕਿ ਜਿਸ ਟਾਈਮ ਬੇਗਮ ਤੁਹਾਡੀ ਅੰਦਰ ਜਾਂਦੀ ਆ ਡਾਕਟਰ ਸਾਹਿਬ ਨੂੰ ਚੈੱਕਅਪ ਕਰਾਉਣ ਵਾਸਤੇ, ਕੀ ਡਾਕਟਰ ਅੰਦਰ ਅਕੇਲਾ ਹੁੰਦਾ ਜਾਂ ਨਾਲ ਕੋਈ ਨਰਸ ਵਗੈਰਾ ਵੀ ਹੁੰਦੀ? ਸਰ ਅਲਟਰਾਸਾਊਂਡ ਵਾਸਤੇ ਜਿਹੜੀ ਨਾ ਨਰਸ ਹੁੰਦੀ ਹੈ, ਠੀਕ ਹੈ, ਅਲਟਰਾਸਾਊਂਡ ਨਰਸ ਕਰਦੀ ਹੈ, ਬਾਕੀ ਮੈਡੀਸਨ ਵਗੈਰਾ ਡਾਕਟਰ ਸਾਹਿਬ ਲਿਖਦੇ ਨੇ। ਤੇ ਉਹ ਨਰਸ ਜਿਹੜੇ ਨਾ ਮੇਰੀ ਬੇਗਮ ਦਾ ਅਲਟਰਾਸਾਊਂਡ ਕਰਨ ਲੱਗੀ ਹੈ ਤੇ ਡਾਕਟਰ ਸਾਹਿਬ ਕਹਿੰਦੇ ਜੀ ਮੈਂ ਇਹਦਾ ਅਲਟਰਾਸਾਊਂਡ ਕਰਦਾ ਹਾਂ। ਉਹਨੂੰ ਪਰਦੇ ਤੇ ਸਾਈਡ ਤੇ ਕਰ ਦਿੱਤਾ। ਅੱਛਾ ਨਰਸ ਨੂੰ ਉੱਥੋਂ ਬਾਹਰ ਕੱਢ ਦਿੱਤਾ? ਉੱਥੋਂ ਉਹਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਹ ਬਾਹਰ ਆ ਗਈ, ਠੀਕ ਹੈ। ਤੇ ਉਹ ਡਾਕਟਰ ਸਾਹਿਬ ਨੇ ਉਹਦਾ ਅਲਟਰਾਸਾਊਂਡ ਕੀਤਾ। ਉਹਨੂੰ ਕਹਿੰਦੇ ਜ਼ਬਾਨ ਕੱਢ ਬਾਹਰ। ਅਸੀਂ ਵੀ ਡਾਕਟਰਾਂ ਕੋਲ ਜਾਂਦੇ ਹਾਂ, ਜ਼ਬਾਨ ਕਰਦੇ ਹਾਂ, ਜ਼ਬਾਨ ਕੱਢੋ ਬਾਹਰ। ਅਸੀਂ ਜ਼ਬਾਨ ਦਿਖਾਉਂਦੇ ਹਾਂ ਡਾਕਟਰ ਸਾਹਿਬ ਨੂੰ। ਉਹਨੇ ਉਸ ਜ਼ਬਾਨ ਕੱਢੀ ਬਾਹਰ ਤੇ ਡਾਕਟਰ ਸਾਹਿਬ ਨੇ ਉਹਦੀ ਜ਼ਬਾਨ ਨਾਲ ਜ਼ਬਾਨ ਲਾਈ ਤੇ ਡਾਕਟਰ ਸਾਹਿਬ ਨੇ ਉਸ ਤੋਂ ਬਾਅਦ ਨਾਜ਼ੇਬਾਂ ਰੱਖਣਾ ਸ਼ੁਰੂ ਕੀਤੀ। ਉਹ ਫੌਰੀ ਬਾਹਰ ਆ ਗਈ। ਅੱਛਾ ਇੱਕ ਚੀਜ਼ ਹੋਰ ਦੱਸਣਾ ਮੈਨੂੰ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਇੱਕ ਕਾਫੀ ਜ਼ਿਆਦਾ ਖਬਰ ਗਰਦਿਸ਼ ਕਰ ਰਹੀ ਆ ਕਿ FIR ਦੇ ਵਿੱਚ ਤੁਹਾਡਾ ਮੌਕਫ ਹੋ ਰਿਹਾ, ਵੀਡੀਓ ਦੇ ਵਿੱਚ ਹੋ ਰਿਹਾ, ਕੀ ਮਾਮਲਾ ਵਾ? ਸਰ ਮੈਂ ਜਦੋਂ ਮੇਰੀ ਬੇਗਮ ਰੋਂਦੀ ਹੋਈ ਹੈ, ਘਬਰਾਈ ਹੋਈ ਸੀ ਬਹੁਤ ਜ਼ਿਆਦਾ, ਤੇ ਮੈਂ ਉਹਨੂੰ ਪੁੱਛਿਆ ਤੇ ਮੈਨੂੰ ਉਹਨੇ ਸਿਰਫ ਇੰਨਾ ਹੀ ਦੱਸਿਆ ਕਿ ਡਾਕਟਰ ਸਾਹਿਬ ਨੇ ਮੇਰੇ ਨਾਲ ਆਹ ਮਾਮਲਾ ਕੀਤਾ ਹੈ। ਮੈਂ ਸਰ ਅੱਗ ਬਗੋਲਾ ਹੋ ਗਿਆ। ਮੈਂ ਉੱਥੇ ਵੀਡੀਓ ਬਣਾਈ ਤੇ ਮੈਂ ਫਿਰ 15 ਤੇ ਕਾਲ ਕੀਤੀ। ਅਸੀਂ ਫਿਰ SHO ਸਾਹਿਬ ਕੋਲ ਪੇਸ਼ ਹੋਏ। ਫਿਰ ਉਹ ਸਾਨੂੰ ਅੱਗੇ DSP ਸਾਹਿਬ ਨੇ ਸੱਦ ਲਿਆ। ਅਸੀਂ ਉਹਨਾਂ ਕੋਲ ਪੇਸ਼ ਹੋਏ, ਉੱਥੇ ਗਏ ਤੇ ਉਹਨਾਂ ਨੇ ਸਾਡਾ ਮੌਕਫ ਸੁਣਿਆ। ਜਦੋਂ ਉਹਨਾਂ ਨੇ ਮੌਕਫ ਸੁਣਿਆ ਤੇ ਮੇਰੀ ਮਿਸਿਸ ਨੇ ਸਾਰੇ ਉੱਥੇ ਗੱਲ ਖੋਲ੍ਹ ਕੇ ਕੀਤੀ ਕਿ ਮੇਰੇ ਨਾਲ ਉਹਨਾਂ ਨੇ ਇਹ ਮਾਮਲਾਤ ਕੀਤੇ। ਤੇ ਮੈਂ ਉੱਥੇ ਡਿੱਗ ਪਿਆ ਕਿ ਮੈਂ ਕਿਹਾ ਤੂੰ ਮੈਨੂੰ ਉੱਥੇ ਤੇ ਸਿਰਫ ਦੱਸਿਆ ਗਿਆ। ਕਹਿੰਦੀ ਕਿ ਮੈਂ ਬਸ ਆਪਣੀ ਇੱਜ਼ਤ ਛੁਪਾਉਣ ਵਾਸਤੇ। ਮੈਂ ਕਿਹਾ ਮੈਂ ਤਾਂ ਉੱਥੇ ਡਿੱਗ ਪਿਆ। ਮੈਨੂੰ SHO ਸਾਹਿਬ ਨੇ ਔਰ DP ਸਾਹਿਬ ਨੇ ਆ ਕੇ ਚੱਕਿਆ ਕਿ ਬੇਟਾ ਨਹੀਂ ਹੌਸਲਾ ਕਰ, ਅਸੀਂ ਤੇਰੇ ਨਾਲ ਇਨਸਾਫ ਕਰਾਂਗੇ। ਹੁਣ ਕੀ ਕਹਿਣਾ ਚਾਹੋਗੇ ਸਾਡੇ ਆਲਾ ਹਕਾਮ ਵਾਸਤੇ? ਸਰ ਸਭ ਤੋਂ ਪਹਿਲੇ ਤਾਂ ਮੈਂ ਥਾਣਾ ਸਿਟੀ ਮਿਆਂ ਚੰਨੂ ਔਰ SHO ਸਾਹਿਬ ਔਰ DSP ਸਾਹਿਬ ਮਿਆਂ ਚੰਨੂ ਸਾਹਿਬ ਔਰ DPO ਖਾਨੇਵਾਲ ਸਾਹਿਬ
ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਰਿਟ ਦਾ ਫੈਸਲਾ ਕੀਤਾ। ਇਹ ਡਾਕਟਰ ਕੋਲੇ ਲਾਇਰ ਦਾ ਲਾਇਸੈਂਸ ਵੀ ਹੈ, ਪੂਰੀ ਲਾਇਰ ਬਰਾਦਰੀ ਇਹਦੇ ਨਾਲ ਹੈ, ਡਾਕਟਰ ਕਮਿਊਨਿਟੀ ਇਹਦੇ ਨਾਲ ਹੈ, ਪੂਰੀ ਇਹਦੀ ਬਰਾਦਰੀ ਦੇ ਨਾਲ ਇਹਨੂੰ ਬਚਾਉਣ ਵਾਸਤੇ। ਸਰ ਸਾਨੂੰ ਬੇਧੜਕ ਪੈਸੇ ਦਾ ਇਹਨਾਂ ਨੇ ਸਾਨੂੰ ਆਫਰ ਕਰਾਈ ਹੈ ਕਿ ਸਾਨੂੰ ਉੱਥੇ ਇਹ ਮਾਮਲਾ ਤੁਸੀਂ ਦਫਾ ਰਫਾ ਕਰੋ, ਡਾਕਟਰ ਸਾਹਿਬ ਕੋਲ ਗਲਤੀ ਹੋ ਗਈ, ਕੋਈ ਗੱਲ ਨਹੀਂ, तो ਤੁਸੀਂ ਇਸ ਮਾਮਲੇ ਨੂੰ ਦਫਾ ਕਰੋ। ਮੈਂ ਕਿਹਾ ਮੈਂ ਗੈਰਤਮੰਦ ਆਦਮੀ ਹਾਂ, ਅਲਹਮਦੁਲਿਲਾ ਮੇਰਾ ਅੱਛਾ ਬਿਜ਼ਨਸ ਹੈ। ਮੈਂ ਬੀਬੀ ਮਰੀਮ ਨਵਾਜ਼ ਅੱਗੇ ਗੁਜ਼ਾਰਿਸ਼ ਕਰਦਾ, ਤੁਸੀਂ ਵਜ਼ੀਰ ਆਲਾ ਪੰਜਾਬ ਹੋ, ਇਹਦੀ ਸ਼ਫਾਫ ਤਰੀਕੇ ਨਾਲ ਤਹਿਕੀਕ ਕਰਾਈ ਜਾਵੇ, ਇਸ ਦਰਿੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਕੱਲ੍ਹ ਦਾ ਮੇਰਾ ਇਹ ਵਾਕਿਆ ਹੈ ਔਰ ਕੱਲ੍ਹ ਦੇ ਮੇਰੇ ਕੋਲ ਇਤਨੇ ਲੋਕ ਆ ਚੁੱਕੇ ਨੇ, ਇਤਨੇ ਮੈਨੂੰ ਫੋਨ ਆ ਚੁੱਕੇ ਨੇ ਕਿ ਇਸ ਬੰਦੇ ਨਾਲ ਸਾਡੇ ਨਾਲ ਇਸ ਤਰ੍ਹਾਂ ਕੀਤਾ ਹੈ, ਇਸ ਤਰ੍ਹਾਂ ਕੀਤਾ ਹੈ। ਮੇਰੇ ਘਰ ਲੋਕ ਆਏ ਨੇ, ਮੈਨੂੰ ਇੰਨੀਆਂ ਬਸ ਅੱਗੇ ਸੋਸ਼ਲ ਮੀਡੀਆ ਤੇ ਕੋਈ ਨਹੀਂ ਆਉਣਾ ਚਾਹ ਰਿਹਾ, ਕਹਿੰਦੇ ਨਹੀਂ ਸਾਡੀ ਬਦਨਾਮੀ ਹੈ, ਕੋਈ ਕਹਿੰਦਾ ਮੇਰੀ ਬੇਟੀ ਦੀ ਬਦਨਾਮੀ ਹੈ, ਕੋਈ ਕਹਿੰਦਾ ਮੇਰੀ ਨੂੰਹ ਦੀ ਬਦਨਾਮੀ ਹੈ, ਕੋਈ ਕੁਛ ਕਹਿ ਰਿਹਾ। ਤੇ ਉਹ ਇਤਨੇ ਕਿ ਕੇਸਿਸ ਆ ਗਏ ਨੇ ਕਿ ਸਿਰਫ ਮੇਰੀ ਆਵਾਜ਼ ਬੁਲੰਦ ਕਰਨਾ। ਮੈਂ ਕਿਹਾ ਤੁਸੀਂ ਮੇਰੇ ਨਾਲ ਖਲੋਵੋ, ਇੱਕ ਜਾਨ ਹੋਵੋ। ਉਹ ਸਿਰਫ ਆਪਣੀ ਇੱਜ਼ਤ ਤੋਂ ਡਰਦਿਆਂ ਮਾਰਿਆ ਉਹਨਾਂ ਨੇ ਆਪਣੀ ਆਵਾਜ਼ ਦਬਾ ਲਈ ਹੈ। ਮੈਂ ਮਰੀਮ ਨਵਾਜ਼ ਸਾਹਿਬ ਅੱਗੇ ਗੁਜ਼ਾਰਿਸ਼ ਕਰਦਾ ਕਿ ਮੈਨੂੰ ਇਹਦਾ ਜਲਦ ਤੋਂ ਜਲਦ ਮੇਰਾ इंसाफ ਕੀਤਾ ਜਾਵੇ, ਇਸ ਦਰਿੰਦੇ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਇਆ ਜਾਵੇ। बहुत शुक्रिया जी। तो नाजरीन ये थी जी आज की मियाँ चन्नू की स्टोरी।